ਸਾਡੇ ਲੈਕਚਰ ਦਾ ਟੌਪਿਕ ਹੈ ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ। 1469 ਈਸਵੀ ਤੋਂ ਜੇ ਗੱਲ ਕਰੀਏ 1799 ਤੱਕ ਦੀ, ਪੰਜਾਬ ਦੇ ਇਤਿਹਾਸ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੇ ਸੋਮੇ ਮਿਲਦੇ ਹਨ। ਸਿੱਖ ਗੁਰੂਆਂ ਦੇ ਸਮੇਂ ਲਈ ਸਾਨੂੰ ਮੁੱਖ ਰੂਪ ਦੇ ਵਿੱਚ ਸਿੱਖ ਧਾਰਮਿਕ ਸਾਹਿਤ ਉੱਤੇ ਨਿਰਭਰ ਰਹਿਣਾ ਪੈਂਦਾ ਹੈ, ਜਿੱਥੋਂ ਸਾਨੂੰ ਥੋੜ੍ਹੀ ਜਾਣਕਾਰੀ ਮਿਲ ਜਾਂਦੀ ਹੈ। ਸਮੇਂ-ਸਮੇਂ ਹਿੰਦੀ, ਪੰਜਾਬੀ ਦੇ ਵਿੱਚ ਅਣਗਿਣਤ ਗ੍ਰੰਥ ਲਿਖੇ ਗਏ, ਜਿਨ੍ਹਾਂ ਨੂੰ ਸਮੂਹਿਕ ਰੂਪ ਦੇ ਵਿੱਚ ਇਤਿਹਾਸਿਕ ਜਾਂ ਅਰਧ ਇਤਿਹਾਸਿਕ ਗ੍ਰੰਥ ਕਿਹਾ ਜਾ ਸਕਦਾ ਹੈ। ਇਹਨਾਂ ਗ੍ਰੰਥਾਂ ਵਿੱਚੋਂ ਕੁਝ ਲਾਭਦਾਇਕ ਸਮੱਗਰੀ ਵੀ ਪ੍ਰਾਪਤ ਹੁੰਦੀ ਹੈ। ਇਸ ਤੋਂ ਬਿਨਾਂ ਗੁਰੂ ਕਾਲ ਲਈ ਫਾਰਸੀ ਦੇ ਇਤਿਹਾਸਕ ਗ੍ਰੰਥ ਬੜੀ ਵੱਡੀ ਸੰਖਿਆ ਵਿੱਚ ਮਿਲਦੇ ਹਨ, ਪਰ ਇਹ ਗ੍ਰੰਥ ਵੀ ਦੋਸ਼ ਰਹਿਤ ਨਹੀਂ ਹਨ। ਆਮ ਤੌਰ 'ਤੇ ਇਹਨਾਂ ਗ੍ਰੰਥਾਂ ਦੇ ਲੇਖਕ ਕੱਟੜ ਸਨ, ਜੋ ਸਿੱਖਾਂ ਵਿਰੁੱਧ ਧਾਰਮਿਕ ਮੰਦਭਾਵਨਾ ਰੱਖਦੇ ਸਨ। ਇਹਨਾਂ ਸਭ ਸੋਮਿਆਂ ਤੋਂ ਇਲਾਵਾ ਸਿੱਕਿਆਂ, ਸ਼ਿਲਾਲੇਖਾਂ, ਭਵਨਾਂ, ਸਮਾਰਕਾਂ ਅਤੇ ਕਲਾ ਕਿਰਤੀਆਂ ਤੋਂ ਵੀ ਕੁਝ ਉਪਯੋਗੀ ਇਤਿਹਾਸਕ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕੇਵਲ ਕਰਾਂਗੇ ਸਿੱਖ ਧਾਰਮਿਕ ਸਾਹਿਤ ਦੇ ਬਾਰੇ, ਜਿਸ ਵਿੱਚੋਂ ਪਹਿਲਾ ਹੈ ਆਦਿ ਗ੍ਰੰਥ ਸਾਹਿਬ। ਆਦਿ ਗ੍ਰੰਥ ਸਾਹਿਬ, ਜਿਸ ਨੂੰ ਅੱਜ ਕੱਲ੍ਹ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ, ਸਿੱਖਾਂ ਦਾ ਪਰਮ ਪ੍ਰਮਾਣਿਕ ਅਤੇ ਪਵਿੱਤਰ ਧਾਰਮਿਕ ਗ੍ਰੰਥ ਹੈ। ਇਸ ਦਾ ਸੰਪਾਦਨ 5ਵੇਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਕੀਤਾ ਸੀ। ਇਸ ਵਿੱਚ ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਸਿੱਖ ਗੁਰੂਆਂ ਤੋਂ ਇਲਾਵਾ ਇਸ ਗ੍ਰੰਥ ਵਿੱਚ ਬਹੁਤ ਸਾਰੇ ਪੂਰਵਕਾਲੀ ਅਤੇ ਸਮਕਾਲੀ ਹਿੰਦੂ ਭਗਤਾਂ, ਮੁਸਲਿਮ ਸੂਫੀਆਂ, ਭੱਟਾਂ ਦੀ ਬਾਣੀ ਦੇ ਸ਼ਬਦਾਂ ਨੂੰ ਵੀ ਥਾਂ ਦਿੱਤੀ ਗਈ ਹੈ। ਆਦਿ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ ਅਤੇ ਭਗਤਾਂ ਦੀਆਂ ਜੀਵਨ ਕਥਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਨਾ ਹੀ ਇਸ ਵਿੱਚ ਉਸ ਸਮੇਂ ਦੀਆਂ ਇਤਿਹਾਸਿਕ ਘਟਨਾਵਾਂ ਬਿਆਨ ਕੀਤੀਆਂ ਗਈਆਂ ਹਨ। ਫਿਰ ਵੀ ਇਸ ਦੇ ਗੰਭੀਰ ਅਤੇ ਡੂੰਘੇ ਅਧਿਐਨ ਤੋਂ 16ਵੀਂ ਅਤੇ 17ਵੀਂ ਸਦੀ ਦੇ ਪੰਜਾਬ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਅਵਸਥਾ ਦੇ ਸੰਬੰਧ ਵਿੱਚ ਬੜੀ ਲਾਭਦਾਇਕ ਅਤੇ ਪ੍ਰਮਾਣਿਕ ਜਾਣਕਾਰੀ ਮਿਲ ਜਾਂਦੀ ਹੈ। ਗ੍ਰੰਥ ਸਾਹਿਬ ਨਿਰਸੰਦੇਹ ਪੰਜਾਬ ਦੇ ਇਤਿਹਾਸ ਦਾ ਇੱਕ ਵਡਮੁੱਲਾ ਸੋਮਾ ਹੈ। ਇਸ ਤੋਂ ਅੱਗੇ ਹੈ ਭਾਈ ਗੁਰਦਾਸ ਦੀਆਂ ਵਾਰਾਂ। ਭਾਈ ਗੁਰਦਾਸ ਭੱਲਾ ਤੀਜੇ ਗੁਰੂ ਅਮਰਦਾਸ ਜੀ ਦੇ ਭਰਾ ਸ੍ਰੀ ਦਤਾਰ ਚੰਦ ਭੱਲਾ ਦੇ ਪੁੱਤਰ ਸਨ। ਉਹ ਚੌਥੇ, 5ਵੇਂ ਅਤੇ 6ਵੇਂ ਗੁਰੂਆਂ ਦੇ ਬਹੁਤ ਯੋਗ ਅਤੇ ਸ਼ਰਧਾਲੂ ਸਿੱਖ ਸਨ। ਉਹ ਉੱਚ ਕੋਟੀ ਦੇ ਕਵੀ ਸਨ। ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਾ ਦਿੱਤੀ, ਪਰੰਤੂ ਉਹਨਾਂ ਨੇ ਆਦੇਸ਼ ਦਿੱਤਾ ਕਿ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਸਮਝਣ ਲਈ ਹਰ ਇੱਕ ਸਿੱਖ ਨੂੰ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਉਹਨਾਂ ਦੀਆਂ ਵਾਰਾਂ ਵਿੱਚੋਂ ਪਹਿਲੀ ਅਤੇ 11ਵੀਂ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹਨ। ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਯਾਤਰਾਵਾਂ ਦਾ ਵਰਣਨ ਹੈ। 11ਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਦੇ ਸਿੱਖਾਂ ਦੇ ਨਾਂ, ਗੋਤਰ, ਨਿਵਾਸ ਸਥਾਨ ਅਤੇ ਕਾਰ ਵਿਹਾਰ ਦੱਸੇ ਗਏ ਹਨ। ਤੀਸਰਾ ਹੈ
ਦਸਮ ਗ੍ਰੰਥ। ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਦਾ ਸੰਪਾਦਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਹਨਾਂ ਦੇ ਪਿਆਰੇ ਸਿੱਖ ਭਾਈ ਮਨੀ ਸਿੰਘ ਨੇ ਕੀਤਾ ਸੀ। ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਵਚਿੱਤਰ ਨਾਟਕ, ਚੰਡੀ ਦੀ ਵਾਰ, ਗਿਆਨ ਪ੍ਰਬੋਧ, ਬ੍ਰਹਮ ਅਵਤਾਰ, ਰੁਦਰ ਅਵਤਾਰ, ਸ਼ਬਦ ਹਜ਼ਾਰੇ, ਸ਼ਸਤਰ ਨਾਮਮਾਲਾ, ਜਫਰਨਾਮਾ ਦੇ ਨਾਮ ਵਰਣਨਯੋਗ ਹਨ। ਇਹ ਗ੍ਰੰਥ ਬ੍ਰਜ, ਹਿੰਦੀ, ਫਾਰਸੀ ਅਤੇ ਪੰਜਾਬੀ 4 ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਗਏ ਸਨ। ਇਤਿਹਾਸਿਕ ਦ੍ਰਿਸ਼ਟੀ ਤੋਂ ਇਹਨਾਂ ਸਾਰਿਆਂ ਗ੍ਰੰਥਾਂ ਵਿੱਚੋਂ ਵਚਿੱਤਰ ਨਾਟਕ ਅਤੇ ਜਫਰਨਾਮਾ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਵਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਹਿੰਦੀ ਵਿੱਚ ਅਧੂਰੀ ਆਤਮ ਕਥਾ ਹੈ। ਇਸ ਦੇ 14 ਅਧਿਆਏ ਹਨ। ਇਸ ਵਿੱਚ ਬੇਦੀ ਅਤੇ ਸੋਢੀ ਜਾਤੀਆਂ ਦਾ ਪ੍ਰਾਚੀਨ ਇਤਿਹਾਸ ਦਿੱਤਾ ਗਿਆ ਹੈ ਅਤੇ ਉਸ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਘਟਨਾਵਾਂ ਦਾ ਵਰਣਨ ਹੈ। ਜਾਫਰਨਾਮਾ ਦੀ ਰਚਨਾ ਗੁਰੂ ਜੀ ਨੇ ਦੀਨਾ ਨਾਮੀ ਸਥਾਨ 'ਤੇ ਕੀਤੀ ਸੀ। ਇਹ ਫਾਰਸੀ ਭਾਸ਼ਾ ਵਿੱਚ ਹੈ ਅਤੇ ਮੁਗਲ ਸਮਰਾਟ ਔਰੰਗਜ਼ੇਬ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਤੋਂ ਗੁਰੂ ਸਾਹਿਬ ਦੀ ਹਿੰਮਤ, ਦਲੇਰੀ ਅਤੇ ਨਿਡਰਤਾ ਦਾ ਪ੍ਰਮਾਣ ਮਿਲਦਾ ਹੈ। ਚੌਥਾ ਹੈ ਹੁਕਮਨਾਮੇ। ਹੁਕਮਨਾਮਾ ਦਾ ਸ਼ਾਬਦਿਕ ਅਰਥ ਆਗਿਆ ਪੱਤਰ ਹੈ। ਆਪਣੇ ਗੁਰੂਆਂ ਦੁਆਰਾ ਲਿਖੇ ਗਏ ਪੱਤਰਾਂ ਨੂੰ ਸਿੱਖ ਸਨਮਾਨਪੂਰਵਕ ਹੁਕਮਨਾਮੇ ਕਹਿੰਦੇ ਸਨ। ਸਿੱਖ ਗੁਰੂਆਂ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਹੁਕਮਨਾਮੇ ਲਿਖੇ ਸਨ, ਜਿਨ੍ਹਾਂ ਵਿੱਚ ਆਮ ਤੌਰ 'ਤੇ ਸਿੱਖਾਂ ਅਥਵਾ ਭਿੰਨ-ਭਿੰਨ ਥਾਵਾਂ ਦੀਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਲਈ ਰਸਦ, ਧਾਰਮਿਕ ਤੀਰਥ ਸਥਾਨਾਂ ਦੇ ਨਿਰਮਾਣ ਲਈ ਧਨ, ਲੜਾਈਆਂ ਲਈ ਘੋੜੇ, ਸ਼ਸਤਰ ਲਿਆਉਣ ਲਈ ਹੁਕਮ ਹੁੰਦਾ ਸੀ। ਮੰਦੇ ਭਾਗਾਂ ਨੂੰ ਉਹਨਾਂ ਦੇ ਬਹੁਤ ਸਾਰੇ ਹੁਕਮਨਾਮੇ ਜਾਂ ਤਾਂ ਮਸੰਦਾਂ ਨੇ ਸੰਭਾਲ ਕੇ ਨਹੀਂ ਰੱਖੇ, ਜਾਂ ਉਹ 18ਵੀਂ ਸਦੀ ਦੀ ਰਾਜਨੀਤਿਕ ਗੜਬੜ ਵਿੱਚ ਨਸ਼ਟ ਹੋ ਗਏ, ਜਾਂ ਕਹਿ ਸਕਦੇ ਹਾਂ ਗੁੰਮ ਹੋ ਗਏ। ਫਿਰ ਵੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚੋਂ ਕਈ ਹੁਕਮਨਾਮੇ ਲੱਭੇ ਹਨ। 1967 ਈਸਵੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਕਮਨਾਮੇ ਨਾਮੀ ਪੰਜਾਬੀ ਦੀ ਪੁਸਤਕ ਪ੍ਰਕਾਸ਼ਿਤ ਕੀਤੀ, ਜਿਸ ਦਾ ਸੰਪਾਦਨ ਡਾਕਟਰ ਗੰਡਾ ਸਿੰਘ ਨੇ ਕੀਤਾ ਸੀ। ਇਸ ਵਿੱਚ ਕੁੱਲ 99 ਹੁਕਮਨਾਮੇ ਹਨ, ਜਿਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਸਾਹਿਬ, 23 ਗੁਰੂ ਤੇਗ ਬਹਾਦਰ ਜੀ ਅਤੇ ਬਾਕੀ ਦੂਜੇ ਗੁਰੂਆਂ ਅਤੇ ਗੁਰੂਆਂ ਦੀਆਂ ਪਤਨੀਆਂ ਦੇ ਹਨ। ਇਹਨਾਂ ਤੋਂ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ, ਸਿੱਖ ਧਰਮ ਦੇ ਪ੍ਰਸਾਰ, ਪ੍ਰਮੁੱਖ ਸਿੱਖਾਂ ਦੇ ਵਿਸ਼ੇ ਵਿੱਚ ਅਤੇ ਸਮਕਾਲੀ ਸਮਾਜ ਬਾਰੇ ਬਹੁਤ ਉਪਯੋਗੀ ਇਤਿਹਾਸਕ ਸਮੱਗਰੀ ਪ੍ਰਾਪਤ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਅਧਿਕਤਰ ਹੁਕਮਨਾਮਿਆਂ ਵਿੱਚ ਸਪਸ਼ਟ ਰੂਪ ਵਿੱਚ ਮਿਤੀਆਂ ਵੀ ਦਿੱਤੀਆਂ ਹੋਈਆਂ ਹਨ। ਇਸੇ ਆਧਾਰ 'ਤੇ ਹੀ ਉਸ ਸਮੇਂ ਦੀਆਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੀਆਂ ਤਰੀਖਾਂ ਨਿਸ਼ਚਿਤ ਹੋ ਸਕੀਆਂ ਹਨ। ਅਗਲਾ ਹੈ ਜਨਮ ਸਾਖੀਆਂ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ। 17ਵੀਂ ਅਤੇ 18ਵੀਂ ਸਦੀਆਂ ਵਿੱਚ
अनेक जन्म साखियां की रचना हुई। हर जन्म साखी विच गुरु नानक देव जी के जीवन संबंधी वख-वख घटनावां भिन्न भिन्न कांडां विच दित्तियां गईयां हन, जिन्हां नूं साखियां जां गोष्टां कहा जाता है। सारियां ही प्रसिद्ध जन्म साखियां गुरमुखी लिपि विच लिखियां होईयां हन, पर उन्हां दी बोली पंजाबी जां संत भाषा है। जन्म साखियां विचों पहली जन्म साखी है पुरातन जन्म साखी। 1926 ईस्वी विच भाई वीर सिंह ने पुरातन जन्म साखी का संपादन किया। असल विच यह 17वीं सदी के पहले अध विच लिखियां गईयां दो जन्म साखियां दे सुमेल नाल तैयार की गई सी। पहली वलायत वाली जन्म साखी, जिसनूं हैनरी थॉमस कोलब्रुक 1815 ईस्वी विच लंडन लै गया सी, अते जो 1872 ईस्वी विच इंडिया ऑफिस लाइब्रेरी लंडन विखे ट्रंप दे हथ लगी, अते छेती ही पिछों पंजाब दे सिखां नूं प्राप्त हुई। दूसरी हाफजावाद वाली जन्म साखी जां मैकालिफ वाली जन्म साखी, जिसनूं लाहौर दे भाई गुरमुख सिंह ने हाफजाबाद नामी शहर तो प्राप्त किया सी, अते मैकालिफ ने इस दे कुछ अंतले पन्ने गुम देख के वलायत वाली जन्म साखी की सहायता नाल इस नूं संपूर्ण किया। इस जन्म साखी विच बाद दियां जन्म साखियां दी तुलना विच चमत्कारी घटनावां घट हन। ये मूल सोमा है। दूसरी जन्म साखी मेहरबान वाली जन्म साखी है। सोडी मनोहर दास मेहरबान गुरु अर्जन देव जी के वड्डे भरा पृथ्वी चंद जां इन्हां नूं प्रिथी चंद भी कहा जाता है, उन्हां दे सपुत्र अते गुरु रामदास जी दे पोतरे सन। ओह बड़े योग ते पढ़े लिखे व्यक्ति सन अते गुरु परिवार नाल संबंधित होण कारण गुरु नानक देव जी संबंधी प्रचलित परंपरावां तो चंगी तरह जाणू सन। इस जन्म साखी विच गुरु नानक साहिब दियां यात्रावां दा हाल ज़्यादा यथार्थक ढंग नाल लिखिया है। इस जन्म साखी दे दूजे भाग विच गुरु नानक देव जी दे करतारपुर विखे निवास दा विस्तारपूर्वक वर्णन मिलदा है, जो दूजियां जन्म साखियां विच नहीं मिलता। अजकल इस जन्म साखी नूं इतिहासिक दृष्टि तो गुरु नानक देव जी की जीवनी लई महत्वपूर्ण सोमा मन्निया जाता है। अगली साखी भाई बाले वाली जन्म साखी। कहा जाता है कि भाई बाला संधू जाति का जट सी। बचपन तो ही वह गुरु नानक देव जी का साथी रहा सी अते उन्हां दियां यात्रावां विच भी उन्हां दे नाल गया सी। गुरु अंगद देव जी ने भाई बाला की सहायता नाल ये जन्म साखी लिखवाई। बाला गुरु नानक साहिब के जीवन संबंधी साखियां दसदा गया अते मोखा जाति का पैड़ा नामी व्यक्ति लिखदा गया। जे यह सच मन लिया जाए तो भाई बाले वाली जन्म साखी सब तो प्राचीन अते प्रमाणिक जन्म साखी बन जाती है। परंतु अजकल के विद्वानां दे मत अनुसार यह सारियां ही जन्म साखियां तो घट विश्वासयोग है। दूजियां जन्म साखियां की तुलना विच दिमागी कल्पना दीयां गल्लां बहुत अधिक मात्रा विच हन। इस जन्म साखी विच वरती गई भाषा अते शब्दां दे विश्लेषण तो भी सिद्ध हो जाता है कि यह पुरातन अते वलायत वाली जन्म साखी तो
ਬਾਅਦ ਵਿੱਚ ਲਿਖੀ ਗਈ ਅਤੇ ਇਹ ਉਸ ਜਨਮ ਸਾਖੀ ਤੋਂ ਘੱਟ ਵਿਸ਼ਵਾਸਯੋਗ ਹੈ। ਅਗਲੀ ਹੈ ਭਾਈ ਮਨੀ ਸਿੰਘ ਦੀ ਜਨਮ ਸਾਖੀ ਜਾਂ ਗਿਆਨ ਰਤਨਾਵਲੀ ਵੀ ਇਸ ਨੂੰ ਕਿਹਾ ਜਾਂਦਾ ਹੈ। ਚੌਥੀ ਅਤੇ ਸਭ ਤੋਂ ਬਾਅਦ ਵਿੱਚ ਲਿਖੀ ਗਈ ਜਨਮ ਸਾਖੀ ਦੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਅਤੇ ਨਿਕਟਵਰਤੀ ਸਿੱਖ ਭਾਈ ਮਨੀ ਸਿੰਘ ਸਨ। ਇਹ ਸ਼ਾਇਦ 1675 ਈਸਵੀ ਤੋਂ 1708 ਈਸਵੀ ਦੇ ਵਿਚਾਲੇ ਲਿਖੀ ਗਈ ਹੋਵੇ। ਇਹ ਭਾਈ ਗੁਰਦਾਸ ਦੀ ਪਹਿਲੀ ਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪ੍ਰਚਲਿਤ ਗੁਰੂ ਨਾਨਕ ਸਾਹਿਬ ਸੰਬੰਧੀ ਸਾਖੀਆਂ ਉੱਤੇ ਆਧਾਰਿਤ ਹੈ। ਇਸ ਦਾ ਪਹਿਲਾ ਭਾਗ ਬਹੁਤ ਉਪਯੋਗੀ ਹੈ। ਦੂਜੇ ਭਾਗ ਵਿੱਚ ਅਧਿਕਤਰ ਸਾਖੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਲਈਆਂ ਗਈਆਂ ਪ੍ਰਤੀਤ ਹੁੰਦੀਆਂ ਹਨ, ਪਰੰਤੂ ਇਸ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਤੁਲਨਾ ਵਿੱਚ ਘੱਟ ਗਲਤੀਆਂ ਹਨ ਅਤੇ ਮਨੋਕਲਪਿਤ ਸਮੱਗਰੀ ਵੀ ਘੱਟ ਹੈ। ਹੁਣ ਜਨਮ ਸਾਖੀਆਂ ਸੰਬੰਧੀ ਜੇ ਦੇਖੀਏ ਵੀ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਬੜੇ ਕੀਮਤੀ ਸੋਮੇ ਹਨ, ਪਰ ਇਹਨਾਂ ਵਿੱਚੋਂ ਵਾਸਤਵਿਕ ਇਤਿਹਾਸਿਕ ਸਮੱਗਰੀ ਪ੍ਰਾਪਤ ਕਰਨ ਲਈ ਇਹਨਾਂ ਦੀ ਆਲੋਚਨਾਤਮਕ ਛਾਣਬੀਣ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਨਮ ਸਾਖੀਆਂ ਸਮਕਾਲੀ ਸੋਮਾਂ ਨਹੀਂ ਹਨ। ਸਾਰੀਆਂ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਨ ਤੋਂ ਬਹੁਤ ਪਿੱਛੋਂ ਲਿਖੀਆਂ ਗਈਆਂ। ਦੂਸਰਾ, ਇਹਨਾਂ ਵਿੱਚ ਬਹੁਤ ਸਾਰੀਆਂ ਮਨੋਕਲਪਿਤ ਅਤੇ ਚਮਤਕਾਰੀ ਘਟਨਾਵਾਂ ਲਿਖੀਆਂ ਗਈਆਂ ਹਨ ਜੋ ਇਤਿਹਾਸਿਕ ਨਹੀਂ ਮੰਨੀਆਂ ਜਾ ਸਕਦੀਆਂ। ਪਰ ਜਿਵੇਂ ਡਾਕਟਰ ਮੈਕਲੋਡ ਲਿਖਦੇ ਹਨ, ਇਹਨਾਂ ਸਾਰੀਆਂ ਤਰੁੱਟੀਆਂ ਦੇ ਬਾਵਜੂਦ ਸਾਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਘਟਨਾਵਾਂ ਦੀ ਲਗਭਗ ਸਾਰੀ ਸਮੱਗਰੀ ਲਈ ਜਨਮ ਸਾਖੀਆਂ ਉੱਤੇ ਹੀ ਨਿਰਭਰ ਕਰਨਾ ਪੈਂਦਾ ਹੈ। ਇਹ ਸੀ ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ, ਜਿਨ੍ਹਾਂ ਦੇ ਵਿੱਚ ਅਸੀਂ ਕੇਵਲ ਅੱਜ ਸਿੱਖ ਸਾਹਿਤ ਦੇ ਬਾਰੇ ਗੱਲ ਕੀਤੀ ਹੈ। ਧੰਨਵਾਦ।